हाँ जी दोस्तों, तो एक बार फिर ਤੁਹਾਡੇ ਨਾਲ ਇੱਕ ਨੋਵਲ ਸਾਂਝਾ ਕਰਨ ਜਾ ਰਹੀ ਹਾਂ। ਅੱਧੇ ਅਧੂਰੇ ਇਹ ਨੋਵਲ ਲਿਖਿਆ ਗਿਆ ਭੁਪਿੰਦਰ ਸਿੰਘ ਰੈਣਾ ਵੱਲੋਂ, ਜੋ ਕਿ ਬਹੁਤ ਹੀ ਪ੍ਰਸਿੱਧ ਨਾਵਲਕਾਰ ਨੇ, ਤੇ ਇਸ ਨੂੰ ਮੈਂ ਦਿੱਤੀ ਆਵਾਜ਼। ਤੇ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਤੇ ਆਪਣੀ ਫੀਡਬੈਕ ਮੈਨੂੰ ਜ਼ਰੂਰ ਦੇਵੋਗੇ। ਸੋ ਚਲੋ ਸ਼ੁਰੂ ਕਰਦੇ ਹਾਂ। ਅੱਧੇ ਅਧੂਰੇ। ਗੁਰਸੇਵਕ ਪਿੰਡ ਦੇ ਸਕੂਲ ਤੋਂ 10ਵੀਂ ਜਮਾਤ ਦਾ ਇਮਤਿਹਾਨ ਪਾਸ ਕਰਕੇ ਕੋਲ ਦੇ ਸ਼ਹਿਰ ਵਾਲੇ ਕਾਲਜ ਵਿੱਚ ਦਾਖਲ ਹੋਇਆ। ਉਹਨਾਂ ਦਿਨਾਂ ਵਿੱਚ ਮੈਟ੍ਰਿਕ ਪਾਸ ਕਰਨੀ ਬਹੁਤ ਵੱਡਾ ਕੰਮ ਮੰਨਿਆ ਜਾਂਦਾ ਸੀ। ਇਮਤਿਹਾਨ ਯੂਨੀਵਰਸਿਟੀਆਂ ਲਿਆ ਕਰਦੀਆਂ ਸਨ ਤੇ ਕਈ ਵਿਦਿਆਰਥੀ ਤੇ 6-7 ਸਾਲ ਪਾਸ ਹੀ ਨਹੀਂ ਸਨ ਹੁੰਦੇ। ਗੁਰਸੇਵਕ ਪਹਿਲੀ ਵਾਰੀ ਹੀ ਪਹਿਲੇ ਦਰਜੇ ਵਿੱਚ ਪਾਸ ਹੋਇਆ ਸੀ। ਕਾਲਜ ਵਿੱਚ ਦਾਖਲਾ ਉਸਨੇ ਨਾਨ ਮੈਡੀਕਲ ਵਿਸ਼ੇ ਵਿੱਚ ਲਿਆ। ਰੋਲ ਨੰਬਰ ਪਾਸ ਹੋਏ ਨੰਬਰਾਂ ਦੇ ਹਿਸਾਬ ਨਾਲ ਮਿਲਦੇ ਸਨ ਤੇ ਉਸ ਦਾ ਰੋਲ ਨੰਬਰ 2 ਸੀ। ਕਾਲਜ ਵਿੱਚ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਸਨ। ਪੂਰੇ ਜ਼ਿਲ੍ਹੇ ਵਿੱਚ 2 ਕਾਲਜਾਂ ਵਿੱਚੋਂ ਇਹ ਕਾਲਜ ਸੀ ਜਿੱਥੇ ਮੈਡੀਕਲ ਵਿਸ਼ਾ ਵੀ ਪੜ੍ਹਾਇਆ ਜਾਂਦਾ ਸੀ। ਇਸ ਲਈ ਅਧਿਕਤਰ ਕੁੜੀਆਂ ਡਾਕਟਰੀ ਵਿਸ਼ਾ ਹੀ ਪੜ੍ਹਦੀਆਂ ਸਨ। ਗੁਰਸੇਵਕ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਕ੍ਰਿਕਟ ਵੀ ਖੇਡਦਾ ਸੀ। ਭਾਵੇਂ ਕ੍ਰਿਕਟ ਦਾ ਨਵਾਂ ਸ਼ੌਕ ਉਸ ਨੂੰ ਲੱਗਾ ਸੀ, ਕ੍ਰਿਕਟ ਉਹ ਆਪਣੇ ਸਕੂਲ ਵਿੱਚ ਵੀ ਖੇਡਦਾ ਸੀ ਤੇ ਬਹੁਤ ਚੰਗਾ ਖੇਡਦਾ ਸੀ। ਕਲਾਸ ਵਿੱਚ ਹਰ ਪੀਰੀਅਡ ਵਿੱਚ ਹਰ ਪ੍ਰੋਫੈਸਰ ਕੋਲੋਂ ਵਧੇਰੇ ਜਾਣਕਾਰੀ ਲੈਣ ਲਈ ਪੁੱਛਦਾ ਰਹਿੰਦਾ ਤੇ ਉਸ ਦੀ ਬੁੱਧੀ ਤੇ ਸੂਝ-ਬੂਝ ਤੋਂ ਸਾਰੇ ਪ੍ਰੋਫੈਸਰ ਬਹੁਤ ਹੀ ਪ੍ਰਭਾਵਿਤ ਸਨ। ਕਲਾਸਮੇਟਸ ਵੀ ਉਸ ਤੋਂ ਆਕਰਸ਼ਿਤ ਸਨ। ਕਲਾਸ ਵਿੱਚ 15-16 ਕੁੜੀਆਂ ਵੀ ਪੜ੍ਹਦੀਆਂ ਸਨ। ਬਹੁਤੀਆਂ ਮੈਡੀਕਲ ਸਟੂਡੈਂਟ ਸਨ। ਉਹਨਾਂ 'ਚੋਂ ਇੱਕ ਲੜਕੀ ਗੁਰਸੇਵਕ ਤੋਂ ਬਹੁਤ ਹੀ ਪ੍ਰਭਾਵਿਤ ਸੀ। ਆਨੇ ਬਹਾਨੇ ਉਸ ਕੋਲੋਂ ਕੁਝ ਪੁੱਛ ਲੈਂਦੀ ਤੇ ਗੱਲ ਵੀ ਕਰ ਲੈਂਦੀ। ਗੁਰਸੇਵਕ ਬਹੁਤ ਹੀ ਸੋਹਣਾ, ਲਾਲ ਸੂਹਾ ਰੰਗ, ਅਮਰੀਕ ਸੇਬ ਵਰਗਾ, ਸਿਹਤਮੰਦ, ਦਰਮਿਆਨਾ ਕੱਦ ਤੇ ਆਕਰਸ਼ਕ ਦਿੱਖ ਸਭ ਦੇ ਮਨ ਨੂੰ ਭਾਉਂਦਾ। ਕਾਲਜ ਦੇ ਪ੍ਰਾਂਗਣ ਵਿੱਚ ਬੈਠਦਾ ਤੇ ਆਲੇ ਦੁਆਲੇ ਕਈ ਸਹਿਪਾਠੀ ਉਸਦੇ ਕੋਲ ਆ ਬੈਠਦੇ। ਸਾਰੇ ਕਾਲਜ ਵਿੱਚ ਨਵੇਕਲਾ ਸਿੱਖ ਵਿਦਿਆਰਥੀ ਸੀ ਤੇ NCC ਦਾ ਕੈਡੈਟ ਵੀ ਸੀ। ਭਾਵ ਇਹ ਕਿ ਆਲ ਰਾਊਂਡਰ ਸੀ। ਉਸ ਦੀ ਕਲਾਸ ਵਿੱਚ ਇੱਕ ਇਹੋ ਜਿਹੀ ਸੋਹਣੀ ਕੁੜੀ ਸੀ ਕਿ ਵੇਖਣ ਵਾਲਾ ਵੇਖਦਾ ਹੀ ਰਹਿ ਜਾਂਦਾ। ਉਸ ਨੂੰ ਵੇਖ ਕੇ ਇੱਕ ਅਪਸਰਾ ਦੀ ਕਲਪਨਾ ਕੀਤੀ ਜਾ ਸਕਦੀ ਸੀ। ਸੁਣਿਆ ਕਿ ਇਸਤਰੀ ਜ਼ਾਤ ਵਿੱਚ ਅਪਸਰਾ ਸੁੰਦਰਤਾ ਦਾ ਅੰਤਮ ਪਾਇਦਾਨ ਹੈ। ਧਰਤੀ ਤੇ ਇੰਨੀ ਸੁੰਦਰ ਇਸਤਰੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਦੋਂ ਤੁਰਦੀ ਤਾਂ ਕੋਈ ਵੀ ਵਿਦਿਆਰਥੀ ਜਾਂ ਅਧਿਆਪਕ ਉਸ ਨੂੰ ਵੇਖੇ ਬਿਨਾਂ ਨਾ ਰਹਿੰਦਾ। ਇੱਕ ਪਲ ਵਾਸਤੇ ਖਲੋ ਜਾਂਦੇ। ਇੰਨਾ ਆਕਰਸ਼ਣ ਤਾਂ ਅਪਸਰਾ ਵਿੱਚ ਵੀ ਨਹੀਂ ਹੁੰਦਾ। ਉਸ ਦੀ ਸੁੰਦਰਤਾ ਨੂੰ ਵੇਖ ਕੇ ਪਲ ਵੀ ਠਹਿਰ ਜਾਂਦੇ ਤੇ ਧਰਤੀ ਦੀ ਧੜਕਣ ਵੀ ਉਸ ਦੇ ਦੂਜੇ ਕਦਮ ਦਾ ਇੰਤਜ਼ਾਰ ਕਰਦੀ। ਕਦੇ ਕਿਸੇ ਨਾਲ ਉਸ ਦੀ ਨਜ਼ਰ ਮਿਲਦੀ ਤਾਂ ਉਹ ਡਿੱਗਦਾ ਮੁਸ਼ਕਿਲ ਨਾਲ ਬਚਦਾ। ਗੁਰਸੇਵਕ ਨੇ ਕਦੇ ਉਸ ਨੂੰ ਗੰਭੀਰਤਾ ਨਾਲ ਨਹੀਂ ਸੀ ਵੇਖਿਆ। ਜਦੋਂ ਉਸ ਦੇ ਦੋਸਤ, ਮਿੱਤਰ ਤੇ ਸਹਿਪਾਠੀ ਭਾਂਤ-ਭਾਂਤ ਦੀਆਂ ਗੱਲਾਂ ਉਸ ਕੁੜੀ ਦੀਆਂ ਕਰਦੇ ਤਾਂ ਗੁਰਸੇਵਕ ਉਹਨਾਂ ਗੱਲਾਂ ਨੂੰ ਸਧਾਰਨ ਢੰਗ ਨਾਲ ਸੁਣਦਾ। ਉਸ ਲੜਕੀ ਦੀ ਸੁੰਦਰਤਾ ਉਸ ਨੂੰ دیਵਾਨਾ ਕਰਨ ਦਾ ਕੋਈ ਕਾਰਨ ਨਹੀਂ ਸੀ। ਉਹ ਆਪਣੀ ਔਕਾਤ ਜਾਣਦਾ ਸੀ। ਉੱਚੀ ਉਡਾਨ ਭਰਨ ਦੀ ਉਸ ਦੀ ਹਿੰਮਤ ਵੀ ਨਹੀਂ ਸੀ। ਹਾਂ, ਕਦੀ ਉਸ ਨੂੰ ਵੇਖ ਜ਼ਰੂਰ ਲੈਂਦਾ ਕਿਉਂਕਿ ਕੁੜੀ ਦੀ ਖੂਬਸੂਰਤੀ ਉਸ ਨੂੰ ਵੀ ਆਕਰਸ਼ਿਤ ਕਰਦੀ ਸੀ। ਕੁੜੀ ਹਿੰਦੂ ਸੀ ਤੇ ਗੁਰਸੇਵਕ ਸਿੱਖ। ਅਜੇ ਮਸਾਂ ਹੀ 17 ਸਾਲ ਦਾ ਸੀ ਤੇ ਮੂੰਹ ਤੇ ਦਾੜੀ ਵੀ ਨਹੀਂ ਸੀ ਆਈ। ਸੁਹੱਪਣ ਵਿੱਚ ਕੁੜੀਆਂ ਤੋਂ ਘੱਟ ਨਹੀਂ ਸੀ ਲੱਗਦਾ। ਬਸ ਫਰਕ ਸੀ ਤਾਂ ਇਹ ਕਿ ਉਹ ਪੱਗ ਬੰਨ੍ਹਦਾ ਸੀ। ਉਸ ਕੁੜੀ ਦੀ ਨਜ਼ਰ ਵੀ ਕਈ ਵਾਰ ਉਸ ਤੇ ਪੈਂਦੀ। ਬੜੀ ਰੀਝ ਨਾਲ ਉਸ ਵੱਲ ਵੇਖਦੀ। ਗਣਿਤ ਤੋਂ ਸਿਵਾ ਸਾਰੇ ਪੀਰੀਅਡ ਇਕੱਠੇ ਲੱਗਦੇ ਸਨ, ਪਰ ਅੰਗਰੇਜ਼ੀ ਪੀਰੀਅਡ ਸਾਰੇ ਵਿਦਿਆਰਥੀਆਂ ਦਾ ਇਕੱਠਾ ਲੱਗਦਾ ਸੀ। ਅੰਗਰੇਜ਼ੀ ਪ੍ਰੋਫੈਸਰ ਲਤੀਫ ਸਾਹਿਬ ਬਾਹਰ ਖੁੱਲ੍ਹੀ ਥਾਂ ਤੇ ਪੀਰੀਅਡ ਲੈਂਦਾ ਸੀ। ਕਾਲਜ ਦਾ ਪ੍ਰਾਂਗਣ ਦਰਖਤਾਂ ਤੇ ਫੁੱਲਾਂ ਦੀਆਂ ਕਿਆਰੀਆਂ ਨਾਲ ਹਰਿਆ ਭਰਿਆ ਤੇ ਸੰਘਣੀ ਛਾਂ ਵਾਲਾ ਹੁੰਦਾ ਸੀ। ਸਾਰੇ ਵਿਦਿਆਰਥੀ ਅਰਧ ਵਰਗ ਬਣਾ ਕੇ ਬੈਠਦੇ ਸਨ। ਇੱਕ ਕੋਨੇ ਵਿੱਚ ਵਿਦਿਆਰਥਣਾਂ ਬੈਠਦੀਆਂ ਤੇ ਦੂਜੇ ਕੋਨੇ ਵਿੱਚ ਗੁਰਸੇਵਕ ਜ਼ਰੂਰ ਬੈਠਦਾ ਕਿਉਂਕਿ ਉਹ ਕਦੀ ਕਲਾਸ ਵਿੱਚ ਪਿੱਛੇ ਨਹੀਂ ਸੀ ਬੈਠਦਾ। ਉਸ ਦੇ ਸਾਹਮਣੇ ਹੀ ਉਹ ਅਪਸਰਾ ਜਿਹੀ ਕੁੜੀ ਹੁੰਦੀ। ਲਤੀਫ ਸਾਹਿਬ ਦੇ ਪੀਰੀਅਡ ਵਿੱਚ ਬਹੁਤ ਚੌਕਸ ਹੋ ਕੇ ਬੈਠਣਾ ਪੈਂਦਾ ਸੀ। ਭਾਵੇਂ ਉਹ ਥੋੜਾ ਲੰਗੜਾ ਕੇ ਚੱਲਦੇ ਸੀ, ਪਰ ਨਜ਼ਰ ਉਹਨਾਂ ਦੀ ਬਹੁਤ ਤੇਜ਼ ਸੀ। ਹਰ ਵਿਦਿਆਰਥੀ ਤੇ ਉਹਨਾਂ ਦੀ ਨਜ਼ਰ ਰਹਿੰਦੀ। ਗੁਰਸੇਵਕ ਦਾ ਕਦੀ ਧਿਆਨ ਟੁੱਟਦਾ, ਸਾਹਮਣੇ ਵੇਖਦਾ ਉਸ ਅਪਸਰਾ ਵੱਲ ਤਾਂ ਉਹ ਵੀ ਉਸ ਨੂੰ ਵੇਖਦੀ ਹੁੰਦੀ। ਨਜ਼ਰ ਪੈਣ ਨਾਲ ਦੋਵਾਂ ਦੀਆਂ ਨਜ਼ਰਾਂ
ਝੁਕ ਜਾਂਦੀਆਂ, ਦੋਵੇਂ ਸ਼ਰਮਾ ਜਾਂਦੇ। ਗੁਰਸੇਵਕ ਦੇ ਸਰੀਰ ਵਿੱਚ ਲਹਿਰ ਜਿਹੀ ਦੌੜ ਜਾਂਦੀ ਤੇ ਉਸ ਕੁੜੀ ਦਾ ਵੀ ਇਹੋ ਹਾਲ ਹੁੰਦਾ। ਗੁਰਸੇਵਕ ਆਪਣੇ ਮਨ ਨੂੰ ਸੰਭਾਲ ਲੈਂਦਾ, ਆਪਣੇ ਆਪ ਨੂੰ ਕਹਿੰਦਾ, ਕਿਉਂ ਪਾਗਲ ਹੋ ਰਿਹਾ ਹੈ? ਤੂੰ ਸਿੱਖ ਹੈ ਤੇ ਉਹ ਹਿੰਦੂ, ਤੂੰ ਪਿੰਡ ਦਾ ਗਵਾਰ ਤੇ ਉਹ ਸ਼ਹਿਰੀ ਕੁੜੀ, ਫਿਰ ਉਸਦਾ ਤੇ ਤੇਰਾ ਕੀ ਮੇਲ ਹੈ? ਫਿਰ ਅੰਦਰੋਂ ਹੀ ਆਵਾਜ਼ ਆਉਂਦੀ, ਯਾਰ ਇੰਨੀ ਸੋਹਣੀ ਕੁੜੀ ਹੈ, ਵੇਖਣ 'ਚ ਕੀ ਜਾਂਦਾ ਹੈ? ਕਹਿ ਕੇ ਸ਼ਾਂਤ ਹੋ ਜਾਂਦਾ। ਕਾਲਜ ਦੀ ਇਮਾਰਤ 2 ਮੰਜ਼ਿਲਾ ਸੀ, ਜਿੱਥੋਂ ਪੌੜੀਆਂ ਉੱਪਰ ਜਾਂਦੀਆਂ ਸਨ। ਨਾਲ ਹੀ ਵਿਦਿਆਰਥੀਆਂ ਦਾ ਬੈਠਣ ਦਾ ਕਮਰਾ ਸੀ ਤੇ ਪੌੜੀਆਂ ਦੇ ਦੂਜੇ ਪਾਸੇ ਪ੍ਰਿੰਸੀਪਲ ਸਾਹਿਬ ਦਾ ਦਫ਼ਤਰ ਸੀ। ਗੁਰਸੇਵਕ ਦੀ ਕਲਾਸ ਉੱਪਰ ਹੀ ਲੱਗਦੀ ਸੀ। ਉਸਦਾ ਕਲਾਸਰੂਮ ਇੱਕ ਹੀ ਸੀ। ਬਾਕੀ ਆਰਟਸ ਤੇ ਮੈਡੀਕਲ ਵਾਲੇ ਬੱਚੇ ਪੀਰੀਅਡ ਅਨੁਸਾਰ ਦੂਸਰੇ ਕਮਰੇ ਵਿੱਚ ਚਲੇ ਜਾਂਦੇ। ਗੁਰਸੇਵਕ ਲਗਭਗ ਕਲਾਸ ਵਿੱਚ ਹੀ ਬੈਠ ਕੇ ਪੜ੍ਹਦਾ ਰਹਿੰਦਾ ਤੇ ਕਦੀ-ਕਦੀ ਮੈਦਾਨ ਵਿੱਚ ਕ੍ਰਿਕਟ ਖੇਡਣ ਵੀ ਚਲਾ ਜਾਂਦਾ। ਇੱਕ ਦਿਨ ਫਿਜ਼ਿਕਸ ਦਾ ਪ੍ਰੋਫੈਸਰ ਨਹੀਂ ਸੀ ਆਇਆ। ਗੁਰਸੇਵਕ ਨੇ ਸੋਚਿਆ, ਚਲੋ ਕ੍ਰਿਕਟ ਖੇਡ ਲੈਂਦਾ ਹਾਂ। ਉਹ ਕਲਾਸਰੂਮ ਵਿੱਚੋਂ ਨਿਕਲ ਕੇ ਹੇਠਾਂ ਜਾਣ ਲੱਗਾ। ਪੌੜੀਆਂ ਉਤਰਦਾ ਪਿਆ ਸੀ ਕਿ ਅੱਗੋਂ ਉਹ ਕੁੜੀ ਪੌੜੀਆਂ ਚੜ੍ਹ ਰਹੀ ਸੀ। ਪੌੜੀਆਂ 'ਚ ਹੋਰ ਕੋਈ ਨਹੀਂ ਸੀ। ਗੁਰਸੇਵਕ ਦਾ ਦਿਲ ਧੜਕਣ ਲੱਗ ਗਿਆ, ਚਿਹਰਾ ਹੋਰ ਲਾਲ ਹੋ ਗਿਆ। ਹਾਲੇ ਇੱਕ ਸਟੈਪ ਦੀ ਦੂਰੀ ਸੀ, ਬਿਲਕੁਲ ਆਮਣੇ ਸਾਹਮਣੇ। ਗੁਰਸੇਵਕ ਨੇ ਨਜ਼ਰਾਂ ਝੁਕਾ ਲਈਆਂ। ਕੁੜੀ ਨੇ ਪੁੱਛਿਆ, ਫਿਜ਼ਿਕਸ ਪੀਰੀਅਡ ਨਹੀਂ ਹੈ? ਬੜੀ ਮੁਸ਼ਕਿਲ ਨਾਲ ਗੁਰਸੇਵਕ ਨੇ ਉੱਤਰ ਦਿੱਤਾ, नहीं। प्रोफेसर गंजू की छुट्टी है क्या? उसने पूछा। हाँ, गुरसेवक ने किया। फिर आप कहाँ जा रहे हो? क्रिकेट खेलने। मैं तो आपको देखने क्लास में जा रही थी। आप तो खाली पीरियड में भी पढ़ते रहते हो। आज मन नहीं है, कह के गुरसेवक थल्ले उतर गया। पहली बार वो लड़की उसके रूबरू हुई सी, सिर्फ 2 फुट की विथ थी। उसने उसकी सांहां दी खुशबू सूंघी सी। उसने इंज जापिया जिवें ये खुशबू उसकी आत्मा विच वस गई है। थल्ले ते वो उतर गया, दौड़ भौर जिहा होया। उसने जापिया कि वो अपना वजूद ही उसदे कोल छड्ड आया होवे। क्रिकेट खेडण दा तां उसका मन ही नहीं कीता। एक बेंच ते बैठ के अपने मन की दशा नूं संभालण लग गया। 2-4 दिन उसे खुशबू नूं जींदा रहा। उस तो नज़रां कतराउंदा रहा। फिर पढ़ाई लिखाई विच रुझ गया, पर उसके मन मस्तिष्क विच वो कुड़ी घर कर गई सी। पूरा वरा गुजर गया। पास होने तो बाद नवीं क्लासां लग गईयां, पर पूरे वरे दोनों विचकार कदी कोई गल नहीं हुई। भावें एक दूजे नूं भावपूर्ण ते प्यार भरियां नज़रां नाल वेखदे रहिंदे। वो अक्सर मौके की तलाश विच रहिंदी कि कोई गल कर सके, पर गुरसेवक नूं कदे मौका भी मिलता तां गल करन दी उसदी हिम्मत ही ना हुंदी। वो सोचदा कदी किसी ने वेख लिया तां भांत-भांत दीयां गल्लां शुरू हो जाणगीਆਂ। मुंडे टिचकरां करनियां शुरू कर देणगे, गल्लां बनाउणगे, खां गप्पां मारनगे। इसलिए वो डरदा सी। नाले इकल्ला सरदार सी, करदा भी ते की करदा। भावें उसकी धाक पूरी सी पढ़ाई के कारण। सब इज्जत ते मान सम्मान करते सन। उसे साल मई जून में NCC कैंप लगना सी गांदरबल विच। ये कस्बा श्रीनगर लो रोड ते श्रीनगर तो 30-35 किलोमीटर दूर सी ते हर साल इत्थे कैंप लगता सी। कैंप की थां तो 1.5-2 किलोमीटर की दूरी ते पंडितां दा पवित्र तीर्थ अस्थान है खीर भवानी, ते हर साल जेठ महीने की अष्टमी ते मेला लगता है। तकरीबन सारे कश्मीरी पंडित कश्मीर के हर कस्बे तो आउंदे हन। कश्मीरी पंडितां दी बहुत आस्था है उत्थों दी भगवती ते। कैंप विच गुरसेवक भी सी ते मेले की पहली रात उसकी वाटर गार्ड विच रात 2 ਤੋਂ 4 बजे संतरी की ड्यूटी सी। ड्यूटी दौरान वो कुछ चेर पाठ करता रहा जो उसनूं जुबानी याद सी, ते बाकी उस कुड़ी नूं आत्मा तो याद करता रहा। रब कोलों अरदासां करके मंगदा रहा मेले ते वो भी आ जाए तां जो मैं उसनूं वेख सकां। मेले वाले दिन वो दोपहर तो बाद गया। उसकी हैरानी ते हद ना रही जदों उसनूं उसने
ਛੋਟੇ ਜਿਹੇ ਮੰਦਰ ਦੇ ਨਾਲ ਵਗਦੀ ਨਹਿਰ ਤੇ ਕੁਝ ਬੱਚਿਆਂ ਨਾਲ ਵੇਖਿਆ। ਉਸ ਦਾ ਪਰਿਵਾਰ 50 ਕਿਲੋਮੀਟਰ ਦੂਰੋਂ ਆਇਆ ਸੀ ਮੇਲਾ ਵੇਖਣ ਵਾਸਤੇ। ਮੰਦਰ ਦੇ ਨਹਿਰ ਵਾਲੇ ਪਾਸੇ ਕੁਝ ਮੇਵੇ ਦੇ ਬਾਗ ਸਨ। ਉਹ ਗੁਰਸੇਵਕ ਨੂੰ ਇਸ਼ਾਰਾ ਕਰਕੇ ਉਧਰ ਨੂੰ ਤੁਰ ਗਈ ਤੇ ਗੁਰਸੇਵਕ ਵੀ ਮੌਕਾ ਤਾੜ ਕੇ ਪਿੱਛੇ ਚਲਾ ਗਿਆ। ਉਹ ਬਹੁਤ ਖੁਸ਼ ਸੀ ਕਿ ਵਾਹਿਗੁਰੂ ਨੇ ਉਸ ਦੀ ਅਰਦਾਸ ਕਬੂਲ ਕੀਤੀ। ਅਗਰ ਉਹ ਕੁਝ ਹੋਰ ਵੀ ਮੰਗਦਾ ਤਾਂ ਉਸ ਨੂੰ ਮਿਲ ਜਾਂਦਾ। ਕੋਈ ਅੱਧਾ ਕਿਲੋਮੀਟਰ ਉਹ ਅੱਗੇ ਚਲੇ ਗਏ ਤੇ ਇੱਕ ਵੱਡੇ ਅਖਰੋਟ ਦੇ ਦਰਖਤ ਕੋਲੇ ਖੜੇ ਹੋ ਗਏ। ਉਸ ਕੁੜੀ ਨੇ ਘੁੱਟ ਕੇ ਗੁਰਸੇਵਕ ਦੇ ਦੋਨੋਂ ਹੱਥ ਆਪਣੇ ਹੱਥਾਂ ਵਿੱਚ ਫੜ ਲਏ। ਉਸ ਦੀਆਂ ਅੱਖਾਂ ਭਰ ਆਈਆਂ ਤੇ ਬੋਲੀ, मैंने अपने परिवार को मेले में आने के लिए मजबूर किया क्योंकि आप गांधराबल आए हुए हो। मुझे विश्वास था आप यहाँ जरूर आओगे और मैं आपसे मिल लूंगी। मैं भी ईश्वर से प्रार्थना करता रहा कि आपसे यहाँ भेंट हो जाए। गुरसेवक ने किया। ईश्वर ने आपकी सुन ली और मेरी भी, कह के वो हरे घाट पे बैठ गई। ये उन्होंने दी रूबरू होने की दूसरी मुलाकात सी। उसने अपने दोनों हत्थां विच गुरसेवक दे हत्थ फड़ लए ते अपने चेहरे ते अपणियां गल्लां दे नाल चिपका लए। हत्थां दे नाल दोनों दे तन एक हो गए। कितनी देर हत्थ फड़ के बैठे रहे। अखां बंद रहियां, किसी होर दुनिया विच जिवें गवाच गए होण। ਉਹ ਨਿਰਛਲ ਨਿਰਕਪਟ रूह दा मेल सी। उन्होंने कोई गल साझी नहीं की। आप ही उथों उठे ते वापस परत आए। गुरसेवक पहले तुरन लगा ते उस कुड़ी ने कहा, गुरसेवक, मेरी रूह के प्रमाण पत्र पर आपके दस्तखत हो गए हैं। आज मैंने माता खीर भवानी से केवल आपको मांगा है। जीवन भर आपके ही रहूंगी। ये कैसे हो सकता है? गुरसेवक बोलिया, ये हो गया है, आप आगे जाएं। गुरसेवक उथों तुर पिया जिथे मेला सी। फिर अपने कैंप आ गया। मेले विच ते उस वास्ते कुछ नहीं सी जिसलिए मेले गया सी। उस नाल ते मेल हो गया सी। 2 किलोमीटर उसने पैदल आना सी। रस्ते विच वो नशाया होया तुरता रहा। उसनूं समझ नहीं सी आ रही कि वो की कह गई है। कितनी बड़ी उसने गल की है। की सोच के क्या है उसने, आपकी ही रहूंगी जीवन भर। पागल जही लड़की है, सिर्फ दूजी बार मिली है तो कितनी बड़ी गल कह दी है। फिर उसने अपने आप को समझाया, कोई नहीं, किसी फिल्म के संवाद रटे होने ने जां कोई नॉवल पढ़िया होना। मैनू प्रभावित करने वास्ते कुछ भी बोल दिता बिना सोचे समझे। यह कुछ सोचते वो कैंप पहुंच गया। बीए की पहले साल की पढ़ाई के अंतिम दिन आने वाले सन। सर्दियों दी छुट्टियां होने वालियां सन। नवंबर महीना चल रहा सी। एक दिन गुरसेवक कॉलेज नहीं आया। वो लड़की बहुत परेशान सी, मच्छी वांगू तड़प रही सी। वार वार कॉलेज के प्रवेश गेट वाल देखती रही। फिजिक्स का पीरियड लगा। प्रोफेसर गंजू ने गुरसेवक को नाम वेख के पूछा, आज छोटा सरदार कहाँ है? सर, वो बीमार है, उसके दोस्त ईसा खान ने दसिया। क्या हुआ? फिर प्रोफेसर ने पूछा, सर बुखार है। अच्छा, उसको डॉक्टर के पास ले जाना। ठीक है सर। गुरसेवक का ख्याल अध्यापकों नूं भी रहिंदा। वो सब तो चहेता सी। ये सुन के वो कुड़ी भी तरलो मच्छी हो गई। उसका मन कीता कि उडारी मार के गुरसेवक कोल चली जाए, पर उसनूं पता नहीं सी कि किराए ते कमरा लैके वो कित्थे रहिंदा है। पीरियड मुकण तो बाद उसने हिम्मत करके ईसा खान ने पूछा, आप जानते हो वो कहाँ रहता है? पहली बार ईसा खान को पता लग गया कि एक कुड़ी भी उसकी चिंता करती है। नहीं तो आज तक किसी को उन्हां दी चाहत दा कन्नो कन्नी पता नहीं सी। हाँ, आपके मोहल्ले में ही रहता है। कहाँ? नानवाई की दुकान के सामने मकान के ऊपर वाले कमरे में, ईसा ने दसिया। ठीक है, शुक्रिया, कह के वो उस वेले ही कॉलेज तो निकल गई। ईसा खान गुरसेवक का चंगा दोस्त सी, काबिल भी बड़ा सी। उसने इस पुछ-गिछ का किसी नाल जिक्र नहीं किया। उन्हां दिनां विच समाज खुले सुभाਅ दा नहीं सी।
ਲੋਕਾਂ ਦੀ ਸੋਚ ਬਹੁਤ ਸੰਕੀਰਣ ਸੀ। ਜਵਾਨ ਮੁੰਡੇ ਕੁੜੀਆਂ ਦਾ ਮੇਲ ਜੋਲ ਕਿਸੇ ਨੂੰ ਚੰਗਾ ਨਹੀਂ ਸੀ ਲੱਗਦਾ। ਉਹ ਕੁੜੀ ਦੱਸੇ ਪਤੇ ਤੇ ਪਹੁੰਚ ਗਈ। मकान मालकन ने उसने पूछा, वो सरदार लड़का यही रहता है? हाँ, ऊपर है उसका कमरा। तुम उसके साथ पढ़ती हो? हाँ। तुम तो हिंदू हो? हाँ, मेरे साथ पढ़ता है। सुना है बीमार है, उसका पता करना है। हाँ हाँ, बहुत अच्छा बच्चा है, ऊपर चली जाओ। वो ऊपर गई। गुरसेवक लेटिया होया सी। उसने हाथ ला के देखा, त्रबक पई। इतना बुखार? पता नहीं क्या हुआ, कैसे हो गया? गुरसेवक ने किया। उसने गुरसेवक के मत्थे ते हाथ लाया ते पूछा, कोई मेडिसिन ली? हाँ, मकान मालिक ने एस्ट्रो की गोली दी थी। पसीना आया? नहीं, टांगों में और कमर में बहुत दर्द है। चिंता मत करो, मैं अभी दवाई लेकर आती हूँ। ते थल्ले उतर गई ते थोड़ी देर बाद खाण दी ते पीण दी दवाई लैके आई। उसने गुरसेवक नूं चाह बना के पिलाई, खिचड़ी बना दिती ते दवाई खिलाई ते पिलाई भी, ते बोली, वक्त पर मेडिसिन लेनी, थोड़ी देर बाद खिचड़ी भी खा लेना। भला हो ईसा खान का जिसने तुम्हारा पता बताया। सुन के मैं बहुत परेशान हो गई थी, मेरी तो जान ही निकल गई थी। अकेले रहते हो, अपना ध्यान रखना चाहिए। तुम्हें ठंड हो गई है, जल्दी ठीक हो जाओगे। मेडिसिन के कितने पैसे हैं? गुरसेवक ने पूछा। पैसे ले लूंगी, सारी जिंदगी तुमसे पैसे लेती रहूंगी। अभी आराम करो, मैं चलती हूँ, सुबह कॉलेज जाने से पहले आऊंगी। उसने गुरसेवक के दोनों हाथ अपने हाथों में कुट लए। उसनू बिठाया ते कुट के जफ्फी पा ली। गुरसेवक के तपते बुल्लां ते अपने बुल रख दिते ते उसदियां अखां बंद हो गईयां। तो बुल वखरे कीते उसने जापिया जिवें ओह नशा गई होवे। उसदियां अखां विच सुरूर आ गया। गुरसेवक नूं अज ओह तीजी वार मिली सी। उसदे बुल्लां ने जिवें उसदी तपश चूस लई सी ते उसदा तन शीतल हो गया। उसनूं जापिया जिवें उसनूं कई जन्मां तो जानदा है। ओह इंदू सी, जिसदा नां गुरसेवक ने अपने बुल्लां तो कदी बोलिया नहीं सी ते हुण उसदी हर साह विचों इंदू निकलण लग पिया। उसदी आत्मा नूं ठंड पै गई सी ते इंदू दे बारे सोचदा रहा। अपने बुल्लां ते उंगलां फेर के उसदे बुल्लां दी छोह नूं महसूस करदा रहा। जदों उसदी अख खुली, ठीक महसूस कर रहा सी, बुखार जिवें उतर गया सी। लत्तां ते पिठ दी दर्द भी ठीक हो गई सी। इंदू दी लिआंदी हुई दवाई दी शीशी नूं उसने कई बार चुमिया ते छाती नाल लाया। इंदू ते उस कोल आउण दी हिम्मत ते हौसले दी दाद दिंदा रहा। वो समझ गया कि जदों कोई किसी नूं रूह तो प्यार करता है तां निर्भय हो जाता है। तुमने बहुत हिम्मत की है यहाँ आने की, गुरसेवक ने किया। आपकी तकलीफ सुनकर तो मैं कहीं भी जा सकती हूँ। अच्छा हुआ तो पता चल गया, नहीं तो एस्ट्रो की गोलियां ही खाते रहते। अब ठीक हो जाओगे। दूजी सवेर उसदे आउण तो पहले थल्ले उतर आया ते उसदे आउण दी उड़ीक करदा रहा तां जो ओह हेठों ही परत जाए। ओह आई ते पूछया, क्या बात, ठीक हो गए हो? हाँ, मैं ठीक हूँ, बिल्कुल ठीक, कॉलेज जा रहा हूँ। गुरसेवक ने किया। एक दिन और आराम कर लेते? नहीं, कोई बात नहीं, मुझे कॉलेज जाना है और आप आराम से पीछे आ जाना। कह के वो तेज कदम चुकन लग गया ते उस तो काफी विद बना ली। गुरसेवक कदी भी नहीं सी चाहता कि किसी नूं उन्हां दे मेल जोल दा पता लगे। फिर कॉलेज होर थोड़े दिन खुला रहा ते सर्दियां दी छुट्टियां पै गईयां। गुरसेवक भी घर चला गया मार्च के इम्तिहानां वास्ते तैयारियां करन। गुरसेवक के घर उसकी मां नहीं सी, कोई भैन भरा नहीं सी। उसकी माता का देहांत हो गया सी जदों वह तीसरी जमात विच पढ़दा सी। उसके पिता बड़े धार्मिक ते संस्कारी पुरुष सन, नितनेमी ते धर्म की काफ़ी सूझबूझ रखण वाले। पिता की भैन विधवा सी, आर्थिक तौर पर सौखी सी। उसका इको एक पुत्र सी जिहड़ा गुरसेवक तो 15 साल वड्डा सी ते 5-6 साल होए सन
ਉਸ ਦਾ ਵਿਆਹ ਹੋਇਆ ਸੀ। ਹੁਣ ਭੂਆ ਤੋਂ ਸਿਵਾ ਉਸ ਦੀ ਭਾਬੀ ਵੀ ਸੀ ਤੇ ਭਰਾ ਕਿਤੇ ਬਾਹਰ ਨੌਕਰੀ ਕਰਦਾ ਸੀ। ਗੁਰਸੇਵਕ ਦਾ ਕਮਰਾ ਉੱਪਰਲੀ ਮੰਜ਼ਲ ਤੇ ਸੀ। ਉੱਥੇ ਹੀ ਉਹ ਪੜ੍ਹਦਾ, ਖਾਂਦਾ, ਬੈਠਦਾ ਤੇ ਸੌਂਦਾ। ਹਾਂ, ਦਿਨ ਵਿੱਚ 2-3 ਵਾਰੀ ਹੇਠਾਂ ਵੀ ਆਉਂਦਾ, ਚਾਹ ਪੀਣ ਜਾਂ ਰੋਟੀ ਖਾਣ। ਉਸ ਨੂੰ ਕੋਈ ਛੇੜਦਾ ਨਹੀਂ ਸੀ, ਨਾ ਹੀ ਕੋਈ ਵਿਘਨ ਪਾਉਂਦਾ ਸੀ। ਹਾਂ, ਉਸਦੇ ਭਰਾ ਦੀ 3 ਸਾਲ ਦੀ ਬੱਚੀ ਪੌੜੀਆਂ ਚੜ੍ਹ ਕੇ ਉਸਦੇ ਕੋਲ ਆ ਜਾਂਦੀ, ਚਾਚੂ ਚਾਚੂ ਕਰਦੀ ਉਸਦੇ ਕੋਲ ਬੈਠ ਜਾਂਦੀ। ਉਹ ਵੀ ਉਸਨੂੰ ਬਹੁਤ ਪਿਆਰ ਕਰਦਾ ਤੇ ਅਕਸਰ ਉਹ ਬੱਚੀ ਗੁਰਸੇਵਕ ਕੋਲ ਹੀ ਸੌ ਜਾਂਦੀ। ਗੁਰਸੇਵਕ ਨੂੰ ਭੂਆ ਬਹੁਤ ਪਿਆਰ ਕਰਦੀ ਸੀ, ਪਰ ਭਾਬੀ ਵੀ ਬਹੁਤ ਪਿਆਰ ਕਰਦੀ, ਉਸਨੂੰ ਬੱਚਿਆਂ ਵਾਂਗ ਸਮਝਦੀ। ਉਹ ਵੀ ਉਮਰ ਵਿੱਚ ਗੁਰਸੇਵਕ ਤੋਂ 8 ਸਾਲ ਵੱਡੀ ਸੀ। ਗੁਰਸੇਵਕ ਦਾ ਬੱਚੀ ਨਾਲ ਪਿਆਰ ਤੇ ਲਗਾਵ ਕਾਰਨ ਭਾਬੀ ਦਾ ਪਿਆਰ ਹੋਰ ਵੀ ਵੱਧ ਗਿਆ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਭਾਬੀ ਉਸਦੇ ਕਮਰੇ ਵਿੱਚ ਜਾਂਦੀ, ਚਾਹ ਨਹੀਂ ਪੁੱਛਦੀ, ਉਸਦੀ ਰਜਾਈ ਉੱਤੇ ਇੱਕ ਵਾਧੂ ਕੰਬਲ ਪਾ ਦਿੰਦੀ। ਇਹ ਤੇ ਗੁਰਸੇਵਕ ਦੀ ਖੁਸ਼ਕਿਸਮਤੀ ਸੀ ਕਿ ਹਰ ਇੱਕ ਉਸ ਨੂੰ ਪਿਆਰ ਕਰਦਾ ਸੀ। ਉਹ ਆਪ ਵੀ ਬਹੁਤ ਸ਼ਾਂਤ ਸੁਭਾਅ ਦਾ ਸੀ। ਦਿਨ ਵਿੱਚ ਉਹ 8 ਤੋਂ 10 ਘੰਟੇ ਪੜ੍ਹਦਾ ਰਹਿੰਦਾ। ਇਵੇਂ ਹੀ ਛੁੱਟੀਆਂ ਬੀਤ ਗਈਆਂ ਤੇ ਇਮਤਿਹਾਨ ਸ਼ੁਰੂ ਹੋਣ ਵਾਲੇ ਸਨ। ਛੁੱਟੀਆਂ ਤੋਂ ਬਾਅਦ ਗੁਰਸੇਵਕ ਨੇ ਆਪਣੀ ਪ੍ਰੇਮਿਕਾ ਨੂੰ ਵੇਖਿਆ। ਨਜ਼ਰਾਂ ਵਿੱਚ ਹੀ ਗੱਲਾਂ ਹੋ ਗਈਆਂ। ਉਹ ਪੜ੍ਹਾਈ ਤੇ ਮਿਹਨਤ ਕਰਕੇ ਕਮਜ਼ੋਰ ਜਾਪਦੀ ਸੀ। 5-7 ਦਿਨ ਕਾਲਜ ਆਉਣ ਤੋਂ ਬਾਅਦ ਉਹ ਠੀਕ ਠਾਕ ਲੱਗਣ ਲੱਗੀ। ਹਰ ਰੋਜ਼ ਗੁਰਸੇਵਕ ਨੂੰ ਵੇਖਦੀ, ਉਸਦੇ ਕੋਲੋਂ ਹੋ ਕੇ ਲੰਘਦੀ, ਉਸਦੇ ਸਾਹਾਂ ਦੇ ਅਹਿਸਾਸ ਨੂੰ ਮਹਿਸੂਸ ਕਰਦੀ, ਜਿਸ ਨਾਲ ਉਸਦੇ ਅੰਦਰ ਨੂੰ ਸ਼ਕਤੀ ਮਿਲਦੀ, ਸਫੂਰਤੀ ਮਿਲਦੀ ਤੇ ਫਿਰ ਉਸ ਦੀਆਂ ਗੱਲਾਂ ਤੇ ਲਾਲੀ ਆ ਗਈ। ਇੱਕ ਦਿਨ ਗੁਰਸੇਵਕ ਨੋਟਿਸ ਬੋਰਡ ਕੋਲ ਖੜਾ ਸੀ, ਕੋਈ ਸੂਚਨਾ ਪੜ੍ਹ ਰਿਹਾ ਸੀ। ਇੰਨੇ ਨੂੰ ਉਹ ਵੀ ਸੂਚਨਾ ਪੜ੍ਹਨ ਦੇ ਬਹਾਨੇ ਆ ਗਈ। कैसे हो? उसने पूछा। मैं ठीक हूँ, आप कैसी हो? मैं भी ठीक हूँ। छुट्टियों के बाद जब मैंने आपको देखा, आपको देखकर मैं परेशान हो गया था। आप इतनी कमजोर लग रही थी जैसे कोई गंभीर समस्या हो। गुरसेवक बोलिया। गंभीर समस्या तो थी ही, आपको जो नहीं देख सकती थी। रात दिन तुम्हारे बारे में सोचती थी। बड़ी मुश्किल से पढ़ाई की, 2 टीचर पढ़ाते थे। तुमको मेरी इतनी याद आती थी। मैं तो कभी कभी याद करता था। गुरसेवक ने चुटकी ली। हाँ, मर्द गंभीर नहीं होते रिश्तों को संभालने के लिए। यह तो औरत ही होती है जो प्रेम पर मन मिट जाती है। आप बहुत विचारवान हो जाती हो। इतना चिंतन नहीं करना चाहिए। सब ईश्वर के भरोसे पर छोड़ देना चाहिए। जो होगा अच्छा ही होगा। अब पेपर अच्छी तरह से करना। ठीक है, तुम भी ध्यान से पेपर देना। ठीक है कह के गुरसेवक उस ਤੋਂ ਵੱਖ ਹੋ ਗਿਆ। ਉਹਨਾਂ ਦਾ ਪਿਆਰ ਵੀ ਵੱਖਰੀ ਕਿਸਮ ਦਾ ਸੀ। ਰੂਹਾਨੀਅਤ ਚੋਂ ਉਗਿਆ ਹੋਇਆ ਰੂਹਾਂ ਦਾ ਮੇਲ ਸੀ। ਉਹਨਾਂ ਕਦੀ ਵੀ ਕੋਸ਼ਿਸ਼ ਨਹੀਂ ਕੀਤੀ ਸੀ ਕਿ ਕੋਈ ਖਤ ਲਿਖੀਏ ਜਾਂ ਕੋਈ ਪਰਚੀ ਲਿਖ ਕੇ ਕਿਸੇ ਕਿਤਾਬ ਵਿੱਚ ਰੱਖੀ ਜਾਏ ਜਾਂ ਹੋਰ ਕੋਈ ਉਤੇਜਨਾ ਵਾਲੀ ਹਰਕਤ ਕੀਤੀ ਜਾਏ। ਇਹ ਪਿਆਰ ਨਦੀ ਦੇ ਵਹਿਣ ਦੀ ਤਰ੍ਹਾਂ ਤੁਰਿਆ ਜਾ ਰਿਹਾ ਸੀ, ਬਿਨਾਂ ਕਿਸੇ ਰੁਕਾਵਟ ਦੇ। ਪਰ ਇਸ ਪਿਆਰ ਦਾ ਕੋਈ ਅੰਤ ਨਹੀਂ ਸੀ, ਕੋਈ ਲਕਸ਼ ਨਹੀਂ ਸੀ, ਕੋਈ ਉਦੇਸ਼ ਨਹੀਂ ਸੀ, ਕੇਵਲ ਰੂਹਾਂ ਦੀ ਚਾਹਤ ਸੀ। ਇਮਤਿਹਾਨ ਖਤਮ ਹੋ ਗਏ, ਸਾਰੇ ਵਿਹਲੇ ਹੋ ਗਏ। ਕਈਆਂ ਨੇ ਆਪਣੇ ਪਸੰਦ ਦੇ ਕੋਰਸਾਂ ਦੀ ਤਿਆਰੀ ਕਰਨੀ ਸੀ। ਕਈ ਰਿਸ਼ਤੇਦਾਰਾਂ ਤੇ ਸਾਥ ਸੰਬੰਧੀਆਂ ਕੋਲ ਚਲੇ ਗਏ ਤੇ ਗੁਰਸੇਵਕ ਵੀ ਆਪਣੇ ਪਿੰਡ ਚਲਾ ਗਿਆ। ਆਪਣੀ ਛੋਟੀ ਭਤੀਜੀ ਨਾਲ ਮौज ਮਸਤੀ ਕਰਦਾ, ਖੇਤਾਂ ਵਿੱਚ ਜਾਂਦਾ, ਬਾਗਾਂ ਵਿੱਚ ਜਾਂਦਾ, ਖਾ ਪੀ ਕੇ ਖੂਬ ਕਸਰਤ ਕਰਦਾ ਤੇ ਅਖਬਾਰ ਜ਼ਰੂਰ ਪੜ੍ਹਦਾ। ਦਿੱਲੀ ਤੋਂ ਅਖਬਾਰ ਆਉਂਦਾ ਤੇ ਦੂਜੇ ਦਿਨ ਹੀ ਪਿੰਡ ਪਹੁੰਚਦਾ। ਖੇਤੀਬਾੜੀ ਵਿੱਚ ਵੀ ਰੁਚੀ ਲੈਂਦਾ। ਗੁਰਸੇਵਕ ਘਰੋਂ ਜਦੋਂ ਵੀ ਜਾਣ ਲਈ ਨਿਕਲਦਾ, ਉਸਦੀ ਭਤੀਜੀ ਉਸਦੇ ਨਾਲ ਹੀ ਜਾਣ ਲਈ ਜਿੱਦ ਕਰਦੀ। ਉਹ ਨਾਲ ਲੈ ਕੇ ਜਾਂਦਾ। ਵੈਸੇ ਵੀ ਜਦੋਂ ਉਹ ਕਾਲਜ ਤੋਂ ਹਰ ਸ਼ਨੀਵਾਰ ਘਰ ਆਉਂਦਾ ਤਾਂ ਭਤੀਜੀ ਨਾਲ ਹੀ ਜੁੜ ਜਾਂਦੀ। ਰਾਤ ਨੂੰ ਦੋਨੋਂ ਬਾਹਾਂ ਉਸਦੇ ਗਲੇ ਵਿੱਚ ਪਾ ਕੇ ਸੌਂਦੀ ਤਾਂ ਜੋ ਚਾਚੂ ਉਸ ਨੂੰ ਛੱਡ ਕੇ ਚਲਾ ਨਾ ਜਾਵੇ। ਪਰ ਸੋਮਵਾਰ ਨੂੰ ਮਲਕੇ ਜਿਹੇ ਉਸ ਦੀਆਂ ਬਾਹਾਂ ਚੋਂ ਨਿਕਲ ਕੇ ਉਸ ਨੂੰ ਸੁੱਤੀ ਨੂੰ ਛੱਡ ਕੇ ਪੈਦਲ ਹੀ ਕਸਬੇ ਨੂੰ ਤੁਰ ਜਾਂਦਾ, ਜਿਹੜਾ 20 ਕਿਲੋਮੀਟਰ ਦੂਰ ਸੀ। ਪੂਰਾ ਹਫ਼ਤਾ ਕਾਲਜ ਤੋਂ ਪੜ੍ਹ ਕੇ
ਫਿਰ ਸ਼ਨੀਵਾਰ ਘਰ ਆਉਂਦਾ। ਇਹ ਉਸ ਦਾ ਨਿੱਤ ਦਾ ਕਰਮ ਸੀ। 2 ਮਹੀਨੇ ਬੀਤ ਗਏ, ਨਤੀਜਾ ਨਿਕਲ ਆਇਆ। ਗੁਰਸੇਵਕ ਪਹਿਲੀ ਸ਼੍ਰੇਣੀ 'ਚ ਪਾਸ ਹੋਇਆ। ਲਗਭਗ ਸਾਰੇ ਹੀ ਪਾਸ ਹੋ ਗਏ ਤੇ ਇੰਦੂ ਵੀ ਪਹਿਲੀ ਸ਼੍ਰੇਣੀ ਵਿੱਚ ਪਾਸ ਹੋ ਗਈ। ਛੁੱਟੀਆਂ ਦੌਰਾਨ ਅਖਬਾਰ ਵਿੱਚ ਵਾਯੂ ਸੈਨਾ ਵਿੱਚ ਮਿਸ਼ਨ ਪਾਉਣ ਲਈ ਇਸ਼ਤਿਹਾਰ ਪੜ੍ਹ ਕੇ ਉਸਨੇ ਫਾਰਮ ਭਰਿਆ ਹੋਇਆ ਸੀ। ਨਵੀਂ ਕਲਾਸ ਜੂਨ ਵਿੱਚ ਆਰੰਭ ਹੋ ਗਈ। ਜੁਲਾਈ ਵਿੱਚ ਗੁਰਸੇਵਕ ਨੂੰ ਵਾਯੂ ਸੈਨਾ ਤੋਂ ਟੈਸਟ ਦਾ ਸੱਦਾ ਆ ਗਿਆ। ਦਿੱਲੀ ਜਾਣਾ ਪਿਆ। ਲਿਖਤੀ ਪ੍ਰੀਖਿਆ ਦੇ ਆਇਆ। ਚੰਗੀ ਤਰ੍ਹਾਂ ਪ੍ਰੀਖਿਆ ਦਿੱਤੀ ਤੇ ਕਾਫੀ ਉਮੀਦ ਸੀ ਉਸ ਨੂੰ ਪਾਸ ਹੋਣ ਦੀ। ਹੋਰਨਾਂ ਵਿਦਿਆਰਥੀਆਂ ਨੇ ਵੀ ਮੈਡੀਕਲ ਵਾਸਤੇ ਜਾਂ ਇੰਜੀਨੀਅਰਿੰਗ ਵਾਸਤੇ ਕਿਸੇ ਨਾ ਕਿਸੇ ਕਾਲਜ ਵਿੱਚ ਦਰਖਾਸਤਾਂ ਜਾਂ ਫਾਰਮ ਭਰੇ ਹੋਏ ਸਨ। ਉਹਨਾਂ ਦਿਨੀ ਰਿਆਸਤ ਵਿੱਚ ਸਿਰਫ ਦੋ ਹੀ ਪ੍ਰੋਫੈਸ਼ਨਲ ਕਾਲਜ ਸਨ, ਇੱਕ ਮੈਡੀਕਲ ਤੇ ਇੱਕ ਇੰਜੀਨੀਅਰਿੰਗ। ਜ਼ਿਆਦਾਤਰ ਬੱਚਿਆਂ ਨੂੰ ਬਾਹਰ ਹੀ ਜਾਣਾ ਪੈਂਦਾ ਸੀ ਅੱਗੇ ਪੜ੍ਹਾਈ ਕਰਨ ਵਾਸਤੇ। ਗੁਰਸੇਵਕ ਨੂੰ ਫਿਰ ਮੈਡੀਕਲ ਲਈ ਤੇ ਫਿਟਨੈਸ ਟੈਸਟ ਲਈ ਸੱਦਾ ਆ ਗਿਆ। ਫਿਰ ਦਿੱਲੀ ਗਿਆ। ਸਭ ਉਪਚਾਰਿਕਤਾਵਾਂ ਨਿਯਮਾਂ ਅਨੁਸਾਰ ਪੂਰੀਆਂ ਕੀਤੀਆਂ ਤੇ ਪਾਇਲਟ ਦੀ ਸਿੱਖਿਆ ਵਾਸਤੇ ਚੁਣ ਲਿਆ ਗਿਆ। ਟ੍ਰੇਨਿੰਗ ਸ਼ੁਰੂ ਹੋਣ ਵਿੱਚ ਹਾਲੇ 3 ਮਹੀਨੇ ਸਨ। ਕਾਲਜ ਵਿੱਚ ਸਭ ਨੂੰ ਪਤਾ ਲੱਗ ਗਿਆ। ਉਸ ਦੇ ਸਾਰੇ ਮਿੱਤਰ ਤੇ ਸਹਿਯੋਗੀ ਬਹੁਤ ਖੁਸ਼ ਸਨ। ਕਲਾਸ ਵਿੱਚ ਪਹਿਲਾ ਹੀ ਵਿਦਿਆਰਥੀ ਸੀ ਜਿਸ ਦੇ ਭਵਿੱਖ ਦਾ ਫੈਸਲਾ ਹੋ ਗਿਆ ਸੀ। ਉਸ ਦੀ ਅਪਸਰਾ ਵੀ ਬਹੁਤ ਖੁਸ਼ ਸੀ, ਪਰ ਚਿੰਤਾ ਵਿੱਚ ਵੀ ਬਹੁਤ ਸੀ ਕਿ ਹੁਣ ਗੁਰਸੇਵਕ ਚਲਾ ਜਾਏਗਾ। ਪਤਾ ਨਹੀਂ ਫਿਰ ਕਦੀ ਮਿਲੇਗਾ, ਯਾਦ ਰੱਖੇਗਾ, ਕਿਵੇਂ ਸੰਪਰਕ ਹੋਵੇਗਾ ਤੇ ਹੋਰ ਬਹੁਤ ਕੁਝ। ਉਸ ਦੀਆਂ ਸਾਰੀਆਂ ਕਲਪਨਾਵਾਂ ਦਫਨ ਹੁੰਦੀਆਂ ਲੱਗ ਰਹੀਆਂ ਸਨ। ਹੁਣ ਗੁਰਸੇਵਕ ਨੇ ਕਾਲਜ ਜਾਣਾ ਵੀ ਬੰਦ ਕਰ ਦੇਣਾ ਸੀ। ਇੱਕ ਦਿਨ ਉਹ ਲਾਇਬ੍ਰੇਰੀ ਵਿੱਚ ਬੈਠਾ ਕੋਈ ਕਾਗਜ਼ ਆਦਿ ਵੇਖ ਰਿਹਾ ਸੀ। ਮੌਕਾ ਵੇਖ ਕੇ ਉਹ ਵੀ ਉਸ ਦੇ ਸਾਹਮਣੇ ਆ ਬੈਠੀ ਤੇ ਕਹਿਣ ਲੱਗੀ, गुरसेवक, तुम्हें बहुत बधाई हो, तुम पायलट सिलेक्ट हो गए हो। मैं हद से ज्यादा खुश हूँ। तुम जीवन में कुछ बहुत अच्छा करोगे, इसका मुझे भरोसा था। मैं भी MBBS के लिए बेंगलोर जाने वाली हूँ 2 महीने बाद। बहुत अच्छा है, गुरसेवक ने खुशी प्रकट की थी। मैं तुम्हें याद रहूंगी क्या? हाँ, क्यों नहीं, हमेशा याद रहोगी। तुम याद रखो या ना रखो, पर मैं तुम्हें जीवन भर नहीं भूलूंगी। तुम सदा मेरी आत्मा में, मेरी रूह में बसते रहोगे। तुम्हारे बिना मैं सदा अधूरी रहूंगी। हाँ, वहाँ जाकर मुझे कॉलेज के पते पर ही खत लिखना, रजिस्टर्ड खत। हाँ, जरूर लिखूंगा, अपना पता भी लिखूंगा, उत्तर जरूर देना। देखो गुरसेवक, तुम्हारे बिना मेरे मन में कोई बस नहीं सकता। मेरे दिल में कोई खाली स्थान नहीं बचा है जहाँ मैं किसी और को बसा सकूं। उसने गुरसेवक के दोनों हाथ फड़ लए, अपने हत्थां विच ते जोर नाल दबाए, जिवें वो गुरसेवक नूं अपने सीने नाल जोर नाल घुट रही होवे। आखिरी पलां विच बहुत उत्सुकता सी, तनाव सी ते ना उम्मीदी भी। उसनूं जाप रिहा सी कि गुरसेवक उसकी जिंदगी विचों रेत वांगू निकल जाएगा। ਉਹਦੇ जीवन भर रेत दे घर उसारदी रहेगी। सोचती ਇਹ एक सुपना है जिस नाल मैं प्यार कर बैठी हाँ। हौली हौली उसके हत्थां दी जकड़ ढिल्ली हुंदी गई ते फिर हथ छुट गए। उसदियां अखां अथरुआं नाल भरियां सन ते वह पईयां हड़ वांगू। रुमाल नाल उस हड़ नूं रोकदी रही ते गुरसेवक लाइब्रेरी चों गिल्लियां अखां लैके निकल गया ते उसदियां अखां तो ओझल हो गया। वो दरवाजे वाल वेखदी ही रही ते उत्थे ही टेबल ते बैठी रही बहुत देर, गवाची रही भविख दे हनेरे सुपनियां विच। फिर लाइब्रेरियन ने आके कहा, 5 बज गए हैं, लाइब्रेरी को बंद होने का वक्त हो गया है। उसने अपने आप को संभालिया ते दरवाजे तो बाहर निकल गई।